विधि दसी है, तरीका दसिया कि भलिया इस भवजल नूं किस तरीके नाल आपां पार कर सकते हैं। सब तो वड्डी गुरमुख प्यारो पातशाह ने आखिया कि तू जिन्ने मर्जी उपा कर ले, तू भवजल नूं पार नहीं कर सकता। किन्नी देर? जिन्नी देर उस मालक दी आराधना नहीं करता। मालक दी आराधना करन दा तू ढंग नहीं सिखदा। जिन्नी देर गुरमुख प्यारिओ आपां नूं पता नहीं लगदा कि असी गुरु दी सेवा किस तरह करनी है। पातशाह कहंदे उन्नी देर गल नहीं बननी। तैनूं भजन करना पैना है, बंदगी करनी पैनी है। तैनूं भजन तो बगैर कहंदे जो मर्जी तू हीले ते वसीले कर ले। बाकी पातशाह ते इत्थों तक भी शब्द वरते है, कहंदे जिहड़ियां तेरियां करतूतां करदा, कहंदा करतूतां, कहंदे इन्हां करतूतां दे नाल तैनूं जमा ने छड्डना नहीं। जमा तो तू छुटकारा नहीं पा सकदा। बड़ी पातशाह कमाल दा शब्द लिखदे है अते अपने गुरमुखां नूं समझाउणा करदे है। गुरमुख प्यारिओ, पातशाह गुरबाणी च दसदे है, आवर करतूत सगली जमडाने। कहंदे जिहड़ी होर करतूतां करदे ना, कहंदा ये सारियां करतूतां नाल तैनूं जम ने दंड देना ही देना। जम ने तैनूं दंड देना ही देना। कहंदे फिर बादशाह किवें नहीं दिंदा? किस ढंग नाल छड्ड सकदा? किवें मेरा मालक मन्नूगा? फिर अगे पातशाह दसदे है, गोबिंद भजन बिन तिल नहीं मानै। कहंदे गोबिंद दे भजन तो बगैर वो नहीं, उस डाढे ने मनना नहीं, प्यारे ने मनना। तैनूं उस दा भजन ते करना पैना। गुरमुख प्यारो, फिर गुरमुख प्यारिओ क्यों ना उदां दे शहर लभ लईए, क्यों ना आपां उदां दे पातशाह नूं लभ लईए। गुरमुख प्यारिओ, पातशाह कहंदे है, रे मना तू ऐदां दे सतगुरु नूं लभ ले। कहंदे किदां दे नूं? कहंदे जिद्दां दे सतगुरु नूं ध्याउण दे नाल, आराधन दे नाल, सेवण दे नाल जन्म ते मरण दा कहंदे दुख चला जाए। ऐदां दा सतगुर लभ। कहंदे तू आ नार्मल ਜਿਹੜੇ ਤੂੰ ਹੀਲੇ ਵਸੀਲੇ ਕਰਦਾ ਫਿਰਦਾ ਨਾ, ਮੜੀਆਂ ਮਸਾਣੀਆਂ ਤੇ, ਆ ਪੱਥਰਾਂ ਦੀਆਂ ਮੂਰਤੀਆਂ ਤੇ, ਆ ਲੱਕੜ ਦੇ ਕੀਲਿਆਂ ਤੇ, ਪਾਤਸ਼ਾਹ ਕਹਿੰਦੇ ਇਹਦੇ ਨਾਲ ਨਹੀਂ ਗੱਲ ਬਣਨੀ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਇਹ ਮਨ ਐਸਾ ਸਤਿਗੁਰ ਲੋੜ ਲੇਹ, ਭਾਵ ਲੱਭ ਲੈ ਏਦਾਂ ਦਾ। ਕਿੱਦਾਂ ਦਾ? ਜਿਤ ਸੇਵੀਐ ਜਨਮ ਮਰਨ ਦੁੱਖ ਜਾਏ। ਕਹਿੰਦੇ ਜਿਹਨੂੰ ਧਿਆਉਣ ਦੇ ਨਾਲ ਜਨਮ ਤੇ ਮਰਨ ਦਾ ਲੱਗਿਆ ਹੋਇਆ ਦੁੱਖ ਹੈ ਗੁਰਮੁਖੋ, ਇਹ ਚਲਾ ਜਾਣ। ਜਦੋਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਹੈ, ਗੁਰਮੁਖੋ ਆਪਣਾ ਹੱਕ ਹੈ ਫਿਰ ਮੰਨ ਜਾਣਾ। ਪਾਤਸ਼ਾਹ ਦੇ ਹੁਕਮ ਮੁਤਾਬਕ ਆਪਣਾ ਹੱਕ ਹੈ। ਗੁਰਮੁਖ ਪਿਆਰੋ, ਪਾਤਸ਼ਾਹ ਕਹਿੰਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਇਸ ਜੀਵ ਨੂੰ ਦੁੱਖ ਲੱਗੇ ਹੈ ਨਾ, ਵੈਸੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਤੇ ਹੈ ਗੁਰਮੁਖ ਪਿਆਰਿਓ ਜਨਮ ਤੇ ਮਰਨ ਦਾ, ਸਭ ਤੋਂ ਵੱਡਾ ਦੁੱਖ ਤੇ। ਪਰ ਉਸ ਤੋਂ ਨੀਚੇ ਵੀ ਕੁਛ ਜੀਵ ਦੁੱਖਾਂ ਨੂੰ ਸਮਝਦਾ। ਪਾਤਸ਼ਾਹ ਕਹਿੰਦੇ ਇਹ ਦੁੱਖ ਜਾਣ ਦਾ ਇੱਕੋ ਇੱਕ ਹੀਲਾ ਤੇ ਵਸੀਲਾ ਹੈ। ਕਿਹੜਾ? ਕਹਿੰਦੇ ਉਸ ਮਾਲਕ ਦੇ ਨਾਮ ਨੂੰ ਜਪ ਲੈ, ਉਸ ਮਾਲਕ ਦੇ ਨਾਮ ਨੂੰ ਧਿਆ ਲੈ, ਆਰਾਧ ਲੈ। ਕਹਿੰਦੇ ਇਹ ਕਹਿੰਦੇ ਸਾਧਾਂ ਦੇ ਬਚਨ ਨੇ, ਸਾਧਾਂ ਨੇ ਸਹਿ ਸੁਭਾ ਇਹ ਗੱਲ ਕਹਿ ਦਿੱਤੀ। ਗੁਰਮੁਖੋ, ਸਾਧੂਆਂ ਨੇ ਇਹ ਗੱਲ ਸਹਿ ਸੁਭਾ ਕਹਿ ਦਿੱਤੀ। ਪਾਤਸ਼ਾਹ ਕਹਿ ਰਹੇ ਹੈ, ਗੁਰਬਾਣੀ ਗੁਰੂ ਦਾ ਫਰਮਾਨ ਹੈ, ਹਰਿ ਕਾ ਨਾਮ ਜਪਤ ਦੁੱਖ ਜਾਏ।
ਕਹਿੰਦੇ ਹਰੀ ਦੇ ਨਾਮ ਨੂੰ ਜਪ ਲੈ, ਤੇਰਾ ਦੁੱਖ ਚਲਾ ਜਾਣਾ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਕਹਿੰਦੇ ਸਾਧੂਆਂ ਨੇ ਸਹਿ ਸੁਭਾਏ ਤੈਨੂੰ ਵਚਨ ਕਰ ਦਿੱਤੇ, ਤੂੰ ਹੁਣ ਇਸ ਵਚਨ ਤੇ ਪਹਿਰਾ ਦੇ ਲੈ। ਫਿਰ ਅੱਗੇ ਪਾਤਸ਼ਾਹ ਇੱਕ ਹੋਰ ਬੜਾ ਸੋਹਣਾ ਵਚਨ ਆਖਦੇ ਆ। ਹੋਰ ਮੇਰੇ ਸ਼ਹਿਨਸ਼ਾਹ ਬੜਾ ਸੋਹਣਾ ਵਚਨ ਆਖਦੇ ਆ ਗੁਰਮੁਖੋ। ਪਾਤਸ਼ਾਹ ਕਹਿੰਦੇ ਜੇ ਤੂੰ ਕਹਿੰਦੇ ਇਸ ਦੁੱਖ ਨੂੰ ਨਾ ਮਿਟਾਉਣਾ ਚਾਹੁੰਦਾ, ਆਪਾਂ ਤੇ ਕਹਿ ਦਿੰਦੇ ਆ ਕਿ ਮੇਰਾ ਦੁੱਖ ਨਹੀਂ ਜਾਂਦਾ, ਮੈਂ ਬੜੀਆਂ ਅਰਦਾਸਾਂ, ਬੜੀਆਂ ਬੇਨਤੀਆਂ, ਬੜੀਆਂ ਜੋਦੜੀਆਂ ਕੀਤੀਆਂ ਨੇ, ਮੇਰਾ ਦੁੱਖ ਨਹੀਂ ਜਾਂਦਾ। ਓਏ ਪਾਤਸ਼ਾਹ ਕਹਿੰਦੇ ਭਲਿਆ ਤੇਰਾ ਦੁੱਖ ਤੇ ਰਹਿੰਦਾ ਹੀ ਨਹੀਂ ਹੈਗਾ, ਤੇਰਾ ਦੁੱਖ ਨਹੀਂ ਕਹਿੰਦੇ ਰਹਿੰਦਾ ਹੈਗਾ। ਪਰ ਫਰਕ ਫਿਰ ਕਿੱਥੇ ਰਹਿ ਗਿਆ ਗੁਰਮੁਖੋ? ਇਹ ਭੋਲਾ ਭਾਲਾ ਜੀਵ ਕਹਿੰਦਾ ਮੇਰਾ ਦੁੱਖ ਨਹੀਂ ਜਾਂਦਾ, ਮੈਨੂੰ ਬੜੀ ਦੇਰ ਹੋ ਗਈ ਨਿਤਨੇਮ ਕਰਦੇ ਨੂੰ, ਸਿਮਰਨ ਕਰਦੇ ਨੂੰ, ਗੁਰਬਾਣੀ ਪੜ੍ਹਦੇ ਨੂੰ। ਇਹ ਜੀਵ ਕਹਿੰਦਾ, ਪਰ ਮੇਰੇ ਸ਼ਹਿਨਸ਼ਾਹ ਕਹਿੰਦੇ ਆ, ਕਹਿੰਦੇ ਤੂੰ ਜਪਦਾ ਨਹੀਂ, ਤੂੰ ਜਪਦਾ ਨਹੀਂ। ਕਹਿੰਦੇ ਜੇ ਕਹਿੰਦੇ ਤੂੰ ਜਪੇ ਤੇਰਾ ਦੁੱਖ ਨਹੀਂ ਕਹਿੰਦੇ ਰਹਿੰਦਾ, ਇਹ ਤੇਰਾ ਦੁੱਖ ਚਲਾ ਜਾਣਾ। ਫਿਰ ਕਿੱਥੇ ਫਰਕ ਰਹਿ ਗਿਆ ਗੁਰਮੁਖੋ? ਕਿੱਥੇ ਫਰਕ ਰਹਿ ਗਿਆ? ਫਰਕ ਇੱਥੇ ਰਹਿ ਗਿਆ ਕਿ ਜਿਹੜੇ ਜੀਵ ਆਪਣੀ ਮਤ ਦੇ ਦੁਆਰਾ ਕੋਸ਼ਿਸ਼ ਕਰਦੇ ਆ, ਜਿਹੜੇ ਜੀਵ ਆਪਣੀ ਮਤ ਦੁਆਰਾ ਕੋਸ਼ਿਸ਼ ਕਰਦੇ ਆ ਗੁਰਮੁਖ ਪਿਆਰਿਓ, ਪਾਤਸ਼ਾਹ ਕਹਿੰਦੇ ਉਹਨਾਂ ਦਾ ਦੁੱਖ ਨਹੀਂ ਗਿਆ। ਪਾਤਸ਼ਾਹ ਉਹਨਾਂ ਦਾ ਦੁੱਖ ਕਿਉਂ ਨਹੀਂ ਗਿਆ? ਜਾਣਾ ਚਾਹੀਦਾ ਸੀ, ਉਹਨਾਂ ਦਾ ਦੁੱਖ ਵੀ ਤੇ ਜਾਣਾ ਚਾਹੀਦਾ ਸੀ ਨਾ, ਜਪਦੇ ਤਾਂ ਉਹ ਹੈਗੇ ਆ। ਪਾਤਸ਼ਾਹ ਕਹਿੰਦੇ ਹਾਂ ਆਪਣੀ ਮਤ ਦੁਆਰਾ ਜਪਦੇ ਹੈ, ਆਪਣੀ ਮਤ ਸ਼ਹਿਨਸ਼ਾਹ ਨੂੰ ਮਨਜ਼ੂਰ ਨਹੀਂ ਹੈ। ਕਹਿੰਦੇ ਆਪਣੀ ਮਤ ਦੁਆਰਾ ਤੇ ਭਲਿਆ ਤੂੰ ਪਹਿਲਾਂ ਵੀ ਕਈ ਵਾਰ ਹਾਰ ਕੇ ਚਲਾ ਗਿਆ ਇੱਥੋਂ, ਪਹਿਲਾਂ ਵੀ ਕਈ ਵਾਰ ਦੁੱਖ ਕੱਟ ਕੇ ਚਲਾ ਗਿਆ। ਪਾਤਸ਼ਾਹ ਕਹਿੰਦੇ ਜਿਹੜਾ ਇਹ ਆਪਣੀ ਮਤ ਦੁਆਰਾ ਗਾਉਂਦਾ ਨਾ, ਆਪਣੀ ਮਤ ਦੁਆਰਾ ਜਪਦਾ, ਕਹਿੰਦੇ ਇਹ ਮੂੰਹ ਦੇ ਨਾਲ ਜਪਦਾ ਗੁਰਮੁਖ ਪਿਆਰਿਓ, ਮੂੰਹ ਦੇ ਨਾਲ। ਮੂੰਹ ਦੇ ਨਾਲ ਜਿੱਥੇ ਨਾਮ ਜਪਦਾ ਨਾ, ਉੱਥੇ ਹੋਰ ਵੀ ਮੰਦੇ ਬੋਲ ਕਬੋਲ ਬੋਲਦਾ। ਮੂੰਹ ਦੇ ਨਾਲ ਗੁਰਮੁਖੋ ਹੋਰ ਵੀ ਮੰਦੇ ਬੋਲ ਤੇ ਕਬੂਲ ਬੋਲਦਾ ਇਹ ਜੀਵ। ਫਿਰ ਪਾਤਸ਼ਾਹ ਕਹਿੰਦੇ ਆ ਭਲਿਆ ਤੂੰ ਮੂੰਹ ਨਾਲ ਨਹੀਂ ਕਹਿੰਦੇ, ਤੂੰ ਕਹਿੰਦੇ ਹਿਰਦੇ ਦੇ ਨਾਲ ਗਾ, ਕਹਿੰਦੇ ਹਿਰਦੇ ਦੇ ਨਾਲ। ਹੁਣ ਗੁਰਮੁਖ ਪਿਆਰਿਓ ਜਿਹੜੇ ਅਭਿਆਸੀ ਜੀਵ ਹੈ, ਜਿਹੜੇ ਗਹਿਰਾਈ ਦੇ ਵਿੱਚ ਉਤਰ ਗਏ, ਜਿਹੜੇ ਕਥਾ ਨੂੰ ਰੋਜ਼ ਡੰਗਾਈ ਦੇ ਵਿੱਚ ਸੁਣਦੇ ਹੈ, ਅਮਲ ਕਰਦੇ ਹੈ, ਉਹ ਸਮਝ ਗਏ ਕਿ ਮੂੰਹ ਨਾਲ ਗਾਉਣਾ ਅਤੇ ਹਿਰਦੇ ਦੇ ਨਾਲ ਗਾਉਣ ਦੇ ਵਿੱਚ ਕੀ ਅੰਤਰ ਹੈ। ਅਤੇ ਮੇਰੇ ਸ਼ਹਿਨਸ਼ਾਹ ਕੀ ਕਹਿ ਰਹੇ ਹੈ? ਪਾਤਸ਼ਾਹ ਕਹਿ ਰਹੇ ਹੈ ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕੋਈ ਮਿਟਾਉਣਾ ਚਾਹੁੰਦਾ, ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ। ਦੇਖੋ ਕੀ ਆਖੇ ਮੇਰੇ ਪਾਤਸ਼ਾਹ ਨੇ। ਪਾਤਸ਼ਾਹ ਕਹਿੰਦੇ ਉਸ ਹਰੀ ਦੇ ਨਾਮ ਨੂੰ ਹਿਰਦੇ ਦੇ ਵਿੱਚੋਂ, ਹਿਰਦਾ ਭਾਵ ਹਿਰਦੇ ਦੇ ਵਿੱਚੋਂ ਗਾ, ਕਹਿੰਦੇ ਮੁਖ ਤੋਂ ਨਾ ਗਾ, ਕਹਿੰਦੇ ਹਿਰਦੇ ਚੋਂ ਹੂਕ ਕੱਢ। ਹਰ ਹਰ ਨਾਮ ਹਿਰਦੇ ਸਦ ਗਾਵੇ। ਜਦੋਂ ਗੁਰਮੁਖ ਪਿਆਰਿਓ ਅਸੀਂ ਹਿਰਦੇ ਤੋਂ ਗਾਵਾਂਗੇ ਨਾ, ਫਿਰ ਪਾਤਸ਼ਾਹ ਕਹਿੰਦੇ ਭਲਿਆ ਤੈਨੂੰ ਦੁੱਖ ਨਹੀਂ ਲੱਗਦਾ, ਕਹਿੰਦੇ ਤੈਨੂੰ ਦੁੱਖ ਨਹੀਂ ਲੱਗਦਾ। ਤੂੰ ਸੇਵਾ ਕਰ ਮੇਰੇ ਮਾਲਕ ਦੀ ਅਤੇ ਹਿਰਦੇ ਦੇ ਵਿੱਚੋਂ ਕਰ, ਹਿਰਦੇ ਦੇ ਵਿੱਚੋਂ ਕਰ, ਦਿਲ ਦੇ ਵਿੱਚੋਂ ਕਰ, ਕੱਲੀ ਮੁਖ ਤੋਂ ਨਾ ਕਰ।
ਜਿਹੜਾ ਕੱਲਾ ਮੁੱਖ ਨਾਲ ਜਪਦੇ ਆ ਨਾ ਗੁਰਮੁਖੋ, ਪਾਤਸ਼ਾਹ ਕਹਿੰਦੇ ਉਹ ਮੈਲ ਨਹੀਂ ਧੋ ਸਕਦੇ। ਜਿਹੜਾ ਦੁੱਖ ਹੈ ਜੀਵਨ ਨੂੰ ਲੱਗਿਆ ਹੋਇਆ, ਉਹ ਉਸ ਗੰਦੀ ਮੈਲ ਦਾ, ਜਿਹੜੀ ਮੈਲ ਸਾਡੇ ਮਨ ਨੂੰ ਲੱਗੀ ਹੈ ਨਾ, ਉਹ ਮੈਲ ਗੰਦੀ ਮੈਲ ਦਾ ਦੁੱਖ ਹੈ। ਅਤੇ ਜਿਹੜੇ ਜੀਵ ਕੱਲੇ ਮੂੰਹ ਦੇ ਵਿੱਚੋਂ ਗਾਉਂਦੇ ਆ, ਹਿਰਦੇ ਤੱਕ ਨਹੀਂ ਲੈ ਕੇ ਜਾਂਦੇ, ਉਹਨਾਂ ਨੂੰ ਮਨਮੁੱਖਾਂ ਦਾ ਖਿਤਾਬ ਦਿੱਤਾ ਮੇਰੇ ਸ਼ਹਿਨਸ਼ਾਹ ਨੇ। ਮਨਮੁੱਖਾਂ ਦਾ ਕਹਿੰਦੇ ਜਿਹੜੇ ਮਨਮੁੱਖ ਹੈ, ਉਹ ਮੁੱਖ ਤੋਂ ਗਾ ਕੇ ਥੱਕ ਗਏ, ਉਹ ਮੈਲ ਨਹੀਂ ਧੋ ਸਕੇ ਇਸ ਹਿਰਦੇ ਦੀ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਮਨਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸਕੇ ਧੋਏ। ਜਦੋਂ ਗੁਰਮੁਖ ਪਿਆਰਿਓ ਉਹ ਜ਼ਖਮ ਹੀ ਨਹੀਂ ਸਾਫ਼ ਹੋਇਆ, ਜ਼ਖਮ ਦੇ ਉੱਤੋਂ ਮੈਲ ਹੀ ਨਹੀਂ ਉਤਰੀ, ਫਿਰ ਦੁੱਖ ਕਿੱਦਾਂ ਜਾਏਗਾ? ਦੁੱਖ ਤੇ ਤਾਂ ਹੀ ਜਾਏਗਾ ਨਾ ਜੇ ਦੁੱਖ ਉਹ ਮੈਲ ਉਤਰੇਗੀ, ਮੈਲ ਤੇ ਉਤਰੀ। ਇਸ ਕਰਕੇ ਕੋਸ਼ਿਸ਼ ਕਰਨੀ ਹੈ ਆਪਾਂ ਸਾਰਿਆਂ ਜੀਵਾਂ ਨੇ, ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ ਹਿਰਦੇ ਦੇ ਵਿੱਚੋਂ ਮੈਲ ਨੂੰ ਉਤਾਰਨ ਦੀ, ਤਾਂ ਕਿ ਜਿਹੜੇ ਸਾਨੂੰ ਜਨਮ ਤੇ ਮਰਨ ਦਾ ਦੁੱਖ ਲੱਗੇ ਹੈ, ਆਹ ਛੋਟੇ ਮੋਟੇ ਸੰਸਾਰਕ ਦੁੱਖ ਲੱਗੇ ਹੈ, ਅਤੇ ਜਿਹੜੇ ਪੰਜ ਭੌਤਿਕ ਇਹ ਤਨ ਨੂੰ, ਇਸ ਸਰੀਰ ਨੂੰ ਦੁੱਖ ਲੱਗੇ ਹੈ, ਗੁਰਮੁਖ ਪਿਆਰੇ, ਇਹ ਦੁੱਖ ਦੂਰ ਹੋ ਜਾਣਗੇ। ਪਾਤਸ਼ਾਹ ਕਹਿੰਦੇ ਹੁਣ ਤੂੰ ਜਿਹੜੀ ਹਰੀ ਦੀ ਸੇਵਾ ਕਰ, ਉਸ ਹਰੀ ਤੋਂ ਬਗੈਰ ਕਿਸੇ ਐਰੇ ਗੈਰੇ ਦੀ ਸੇਵਾ ਨੂੰ ਛੱਡ ਦੇ। ਜਿਹੜੇ ਮੜੀਆਂ ਮਸਾਣੀਆਂ ਤੇ ਆਪਾਂ ਸੇਵਾ ਕਰਦੇ ਹਾਂ ਜਾ ਕੇ ਨਾ, ਪਾਤਸ਼ਾਹ ਕਹਿੰਦੇ ਇਹਨਾਂ ਨੂੰ ਛੱਡ ਦੇ, ਕਹਿੰਦੇ ਸੇਵਾ ਕਰ ਉਸ ਇਕੱਲੇ ਸ਼ਹਿਨਸ਼ਾਹ ਦੀ, ਉਸ ਮਾਲਕ ਦੀ ਸੇਵਾ ਕਰ। ਜੇ ਕਹਿੰਦੇ ਕੋਈ ਫਲ ਪਾਉਣਾ ਚਾਹੁੰਦੇ, ਜੇ ਤਾਂ ਫਲ ਲੈਣੇ ਹੈ ਤਾਂ ਕਹਿੰਦੇ ਉਸ ਦੀ ਸੇਵਾ ਕਰ। ਪਾਤਸ਼ਾਹ ਕਹਿ ਰਹੇ ਹੈ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਕਹਿੰਦੇ ਦੂਜੀ ਸੇਵਾ ਨਾ ਕਰੋ, ਉਸ ਹਰੀ ਦੀ ਸੇਵਾ ਕਰੋ। ਬਾਪੂ ਅਸੀਂ ਹਰੀ ਦੀ ਸੇਵਾ ਤੇ ਕਰ ਲਾਂਗੇ, ਹਰੀ ਦੀ ਸੇਵਾ ਕਰਕੇ ਕੀ ਮਿਲੇਗਾ ਸਾਨੂੰ? ਸਾਨੂੰ ਕੀ ਮਿਲਣ ਵਾਲਾ ਹਰੀ ਦੀ ਸੇਵਾ ਕਰਕੇ? ਅੱਗੋਂ ਜਿਹੜੇ ਭਗਤ ਨੇ ਨਾ ਗੁਰਮੁਖ ਪਿਆਰਿਓ, ਇਹ ਬਿਆਨ ਕਰਦੇ ਆ, ਭਗਤ ਸਵਾਲ ਕਰਦੇ ਆ, ਮਾਲਕ ਨੂੰ ਪੁੱਛ ਲੈਂਦੇ ਆ। ਪਾਤਸ਼ਾਹ ਕਹਿੰਦੇ ਹਰੀ ਦੀ ਸੇਵਾ ਕਰਕੇ ਤੁਸੀਂ ਆਪਣੇ ਮਨ ਭਾਉਂਦੇ ਫਲ ਉਸ ਮਾਲਕ ਦੇ ਕੋਲੋਂ ਪ੍ਰਾਪਤ ਕਰ ਸਕਦੇ ਹੋ। ਉਸ ਮਾਲਕ ਦੇ ਕੋਲੋਂ ਉਹ ਫਲ ਲੈ ਸਕਦੇ ਹਾਂ। ਗੁਰਮੁਖ ਪਿਆਰੇ, ਗੁਰਬਾਣੀ ਗੁਰੂ ਦਾ ਫਰਮਾਨ ਹੈ, ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਏ। ਹਰ ਕੀ ਸੇਵਾ ਤੇ ਕਹਿੰਦੇ ਹਰੀ ਦੀ ਸੇਵਾ ਕਰਨ ਦੇ ਨਾਲ ਮਨੋ ਚਿੰਦਿਆਂ ਫਲ ਪ੍ਰਾਪਤ ਹੁੰਦੇ ਹੈ। ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਕਹਿੰਦੇ ਦੂਜੀ ਸੇਵਾ ਦੇ ਨਾਲ ਇਹ ਜਿਹੜਾ ਜਨਮ ਹੈ ਨਾ, ਵਿਰਥਾ ਚਲਾ ਜਾਣਾ। ਹੁਣ ਇੱਥੇ ਆਪਾਂ ਨੂੰ ਕੀ ਘਾਟਾ ਪੈਣੇ ਆ? ਦੋ ਘਾਟੇ ਪੈਣੇ ਆ। ਇੱਕ ਤੇ ਸਾਡਾ ਮਨ ਤੇ ਤਨ ਦੁੱਖ ਸਹਿ ਰਿਹਾ, ਜਿਹੜਾ ਇੱਥੋਂ ਦਾ ਜਨਮ ਹੈ ਸਾਡਾ ਮਨੁੱਖਾ ਜਨਮ, ਇੱਕ ਤੇ ਇਸ ਦੇ ਵਿੱਚ ਜੀਵ ਦੁੱਖ ਸਹਿ ਰਿਹਾ ਗੁਰਮੁਖ ਪਿਆਰਿਓ। ਦੂਜਾ ਇਹ ਜਨਮ ਮਿਲਿਆ ਸੀ, ਇਹ ਵਿਰਥਾ ਚਲਾ ਜਾਣਾ। ਅਸੀਂ ਇਸ ਜਨਮ ਦੇ ਵਿੱਚ ਜਨਮ ਤੇ ਮਰਨ ਤੋਂ ਉੱਤੇ ਉੱਠਣਾ ਸੀ, 10ਵੇਂ ਦਰ ਤੇ ਜਾ ਕੇ ਬਹਿਣਾ ਸੀ, ਮਾਲਕ ਨੂੰ ਆਪਣਾ ਬਣਾਉਣਾ ਸੀ, ਮਾਲਕ ਦੇ ਵਿੱਚ ਅਸੀਂ ਸਮਾ ਜਾਣਾ ਸੀ। ਅਸੀਂ ਉਸ ਤੋਂ ਵਾਂਝੇ ਰਹਿ ਗਏ, ਦੋ ਘਾਟੇ ਸਾਨੂੰ ਪੈ ਗਏ। ਇਸ ਕਰਕੇ ਪਾਤਸ਼ਾਹ ਕਹਿੰਦੇ ਹੈ, ਜੇ ਕਿਸੇ ਹੋਰ ਦੀ ਤੂੰ ਸੇਵਾ ਕਰੇਗਾ, ਤੇਰਾ ਇਹ ਜਨਮ ਬਿਰਥਾ ਚਲਾ ਜਾਣਾ। ਹੁਣ ਗੁਰਮੁਖੋ ਪਾਤਸ਼ਾਹ ਤੇ ਕਹਿ ਹੀ ਸਕਦੇ ਆਪਾਂ ਨੂੰ,
ਸਮਝਾ ਹੀ ਸਕਦੇ ਆ। ਅੱਗੇ ਆਪਣੇ ਉੱਤੇ ਹੈ, ਅਸੀਂ ਕਿੰਨਾ ਕੁ ਪਹਿਰਾ ਦਿੰਦੇ ਹਾਂ, ਕਿੰਨਾ ਕੁ ਅਸੀਂ ਪਾਤਸ਼ਾਹ ਦੇ ਇਹਨਾਂ ਵਚਨਾਂ ਨੂੰ ਸਵੀਕਾਰ ਕਰਦੇ ਹਾਂ। ਜੇ ਸਵੀਕਾਰ ਨਹੀਂ ਕਰਦੇ ਤਾਂ ਮੇਰੇ ਸ਼ਹਿਨशाह ਨੇ ਇਹ ਲਫ਼ਜ਼ ਵੀ, ਇਹ ਸ਼ਬਦ ਵੀ ਸਾਡੇ ਲਈ ਵਰਤੇ। ਕਿਹੜਾ? ਜਿਹੜੇ ਸ਼ਹਿਨशाह ਕਹਿ ਰਹੇ ਹੈ, ਸਤਿਗੁਰ ਸਾਚਾ ਕਿਆ ਕਰੈ ਜਬ ਸਿੱਖਾਂ ਮੈਂ ਚੂਕ। ਕਹਿੰਦੇ ਦੱਸੋ ਫਿਰ ਸਤਿਗੁਰੂ ਕੀ ਕਰੇ। ਹੁਣ ਸਤਿਗੁਰੂ ਤੇ ਗੁਰਮੁਖ ਪਿਆਰਿਓ ਇਸੇ ਤਰੀਕੇ ਨਾਲ ਆਪਾਂ ਨੂੰ ਸਮਝਾ ਸਕਦੇ ਆ, ਅਤੇ ਘਰ ਬੈਠਿਆਂ ਨੂੰ ਸਮਝਾ ਰਹੇ ਆ, ਦੂਰ ਦਰਾਡੇ ਬੈਠਿਆਂ ਨੂੰ ਸਮਝਾ ਰਹੇ ਆ। ਕੋਈ ਟੈਕਸ ਨਹੀਂ, ਕੋਈ ਕਿਰਾਇਆ ਨਹੀਂ, ਕੋਈ ਸਮਾਂ ਨਹੀਂ, ਕੋਈ ਤਿਆਰ ਨਹੀਂ ਹੋਣਾ। ਮੇਰੇ ਸ਼ਹਿਨशाह ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਗੁਰਮੁਖੋ, ਕਿੱਡੀ ਵੱਡੀ ਕਿਰਪਾ। ਕੋਈ ਕਿਰਾਇਆ ਨਹੀਂ ਕਹਿੰਦੇ, ਕੋਈ ਗੱਡੀ ਤਿਆਰ ਨਹੀਂ ਕਰਨੀ, ਕਿਸੇ ਬੱਸ ਤੇ ਨਹੀਂ ਚੜ੍ਹਨਾ, ਕੋਈ ਤਿਆਰ ਨਹੀਂ ਹੋਣਾ, ਸਮਾਂ ਨਹੀਂ। ਮੰਜੇ ਦੇ ਉੱਤੇ ਬੈਠਿਆਂ ਨੂੰ, ਬੈੱਡ ਤੇ ਬੈਠਿਆਂ ਨੂੰ, ਰੋਟੀ ਖਾਂਦਿਆਂ ਨੂੰ, ਕੰਮ ਕਰਦਿਆਂ ਨੂੰ ਮੇਰੇ ਪਾਤਸ਼ਾਹ ਆਪਣੇ ਤੱਕ ਇਹ ਸੁਨੇਹਾ ਭੇਜ ਰਹੇ ਆ। ਹੁਣ ਇਸ ਸੁਨੇਹੇ ਦੇ ਉੱਤੇ ਅਸੀਂ ਅਮਲ ਕਰਦੇ ਹਾਂ ਜਾਂ ਨਹੀਂ ਕਰਦੇ। ਜੇ ਅਮਲ ਕਰਦੇ ਹਾਂ ਗੁਰਮੁਖ ਪਿਆਰਿਓ ਵਡਭਾਗੀ ਹਾਂ, ਜੇ ਨਹੀਂ ਕਰਦੇ ਫਿਰ ਇਹ ਸ਼ਬਦ ਸਾਡੇ ਤੇ ਲਾਗੂ ਹੋ ਗਿਆ। ਇਹ ਸਾਨੂੰ ਹੀ ਪਾਤਸ਼ਾਹ ਨੇ ਆਖਿਆ, ਸਤਿਗੁਰ ਸਾਚਾ ਕਿਆ ਕਰੈ ਜਬ